ਸ਼ਲੋਕ ਮਹੱਲਾ ਪਹਿਲਾ। ਪਹਿਲਾ ਸੁੱਚਾ ਆਪ ਹੋਏ, ਸੁੱਚੇ ਬੈਠਾ ਆਏ। ਸੁੱਚੇ ਅੱਗੇ ਰਖਿਅਨ, ਕੋਇ ਨ ਬਿਟਿਓ ਜਾਏ। ਸੁੱਚਾ ਹੋਇ ਕੇ ਜੀਵਿਆ, ਲੱਗਾ ਪੜਨ ਸਲੋਕ। ਕੋ ਹੱਥੀ ਜਾਏ ਸਟਿਆ, ਕਿਸ ਏ ਲੱਗਾ ਦੋਖ। ਅੰਨ ਦੇਵਤਾ, ਪਾਣੀ ਦੇਵਤਾ, ਬਸੰਤਰ ਦੇਵਤਾ ਲੂਣ। ਪੰਜਵਾਂ ਪਾਇਆ ਘਿਤੇ, ਤਾਂ ਹੋਆ ਪਾਕ ਪਵਿੱਤ। ਪਾਪੀ ਸਿਉ ਤਨ ਗੱਡਿਆ, ਥੁੱਕਾਂ ਪਈਆਂ ਤਿਤ। ਜਿਤ ਮੁਖ ਨਾਮ ਨ ਉਚਰੇ, ਬਿਨ ਨਾਮੇ ਰਸ ਖਾਏ। ਨਾਨਕ ਏਵੈ ਜਾਣੀਐ, ਤਿਤ ਮੁਖ ਥੁੱਕਾਂ ਪਾਏ। 19ਵੀਂ ਪੌੜੀ ਆਸਾ ਦੀਵਾਰ ਦੀ, ਜਿਸ ਵਿੱਚ ਜੋ ਸੰਬੰਧਿਤ ਸ਼ਲੋਕ ਨੇ ਉਹ ਕਰੀਬਨ 18ਵੀਂ ਪੌੜੀ ਦੇ ਸ਼ਲੋਕਾਂ ਨਾਲ ਮਿਸ਼ਰਤ ਹੀ ਨੇ। ਭਾਵ ਇੱਕੋ ਜਿਹਾ ਹੈ, ਥੋੜੇ ਜਿਹਾ ਨਵੇਂ ਰੂਪ ਵਿੱਚ, ਨਵੇਂ ਅੱਖਰਾਂ 'ਚ, ਨਵੇਂ ਵਿਚਾਰ 'ਚ। ਸਤਿਗੁਰੂ ਦੇਵ ਜੀ ਮਹਾਰਾਜ ਦਾ ਫਰਮਾਨ ਕਿ ਬ੍ਰਾਹਮਣ ਨਹਾ ਧੋ ਕੇ, ਸੁੱਚਾ ਹੋ ਕੇ ਚੌਕੇ ਵਿੱਚ ਆਣ ਬੈਠਾ ਹੈ। ਕਿਉਂਕਿ ਸਾਡੇ ਦੇਸ਼ ਦੀ ਇਹ ਪ੍ਰਥਾ ਰਹੀ ਹੈ, ਬ੍ਰਾਹਮਣ ਧਾਰਮਿਕ ਆਗੂ ਹੈ, ਧਾਰਮਿਕ ਗੁਰੂ ਹੈ, ਉਸ ਦਾ ਸਨਮਾਨ ਈਸ਼ਵਰੀ ਸਨਮਾਨ ਹੈ। ਪਰ ਵਾਕਈ ਬ੍ਰਾਹਮਣ ਦਾ ਜੋ ਅਰਥ ਹੈ, ਜੋ ਭਾਵ ਹੈ, ਉਸ ਦੀ ਗਹਿਰਾਈ 'ਚ ਨਾ ਇਹ ਜਗਤ ਗਿਆ ਤੇ ਨਾ ਹੀ ਸਵੈਮ ਬ੍ਰਾਹਮਣ। ਮਹਾਰਾਜ ਦੀ ਬਾਣੀ ਦਾ ਵਾਕ ਬ੍ਰਹਮ ਬਿੰਦੇ ਸੇ ਬ੍ਰਾਹਮਣਾ। ਜੋ ਬ੍ਰਹਮ ਦਾ ਚਿੰਤਨ ਕਰਦੇ ਨੇ ਉਹੀ ਬ੍ਰਾਹਮਣ ਨੇ, ਜੋ ਬ੍ਰਹਮ ਵਿੱਚ ਨਿਵਾਸ ਕਰਦੇ ਨੇ ਉਹੀ ਬ੍ਰਾਹਮਣ ਨੇ, ਜੋ ਅੱਠੇ ਪੈਰ ਬ੍ਰਹਮ ਨੂੰ ਸੋਚਦੇ ਨੇ ਉਹੀ ਬ੍ਰਾਹਮਣ ਨੇ। ਕਹੋ ਕਬੀਰ ਜੋ ਬ੍ਰਹਮ ਵਿਚਾਰੇ, ਸੋ ਬ੍ਰਾਹਮਣ ਕਹੀਅਤ ਹੈ ਹਮਾਰੇ। ਭਗਤ ਕਬੀਰ ਕਹਿੰਦੇ ਮੈਂ ਤੇ ਉਸ ਨੂੰ ਬ੍ਰਾਹਮਣ ਹੀ ਆਖਾਂਗਾ ਜੋ ਅੱਠੇ ਪੈਰ ਬ੍ਰਹਮ ਦੀ ਵਿਚਾਰ ਵਿੱਚ ਰਹਿੰਦਾ, ਜੋ ਅੱਠੇ ਪੈਰ ਧਨ ਦੀ ਵਿਚਾਰ ਵਿੱਚ ਰਹਿੰਦਾ ਹੈ ਵੈਸ਼ ਹੈ, ਜੋ ਅੱਠੇ ਪੈਰ ਸ਼ਕਤੀ ਦੀ ਵਿਚਾਰ ਵਿੱਚ ਰਹਿੰਦਾ ਹੈ ਖੱਤਰੀ ਹੈ, ਔਰ ਜੋ ਅੱਠੇ ਪੈਰ ਸੇਵਾ ਭਾਵ ਵਿੱਚ ਰਹਿੰਦਾ ਹੈ ਸ਼ੂਦਰ ਹੈ। ਜੋ ਅੱਠੇ ਪੈਰ ਬ੍ਰਹਮ ਦਾ ਚਿੰਤਨ ਕਰਦਾ ਹੈ ਬ੍ਰਾਹਮਣ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਹ ਚਾਰੇ ਵਰਨ ਸਾਂਝੇ ਕਰ ਦਿੱਤੇ, ਇੱਕ ਮਨੁੱਖ ਦੇ 'ਚ ਪਾ ਦਿੱਤੇ। ਆਖਿਆ ਤੂੰ ਬ੍ਰਹਮ ਦਾ ਚਿੰਤਨ ਵੀ ਕਰਨਾ ਹੈ, ਤੂੰ ਸ਼ਕਤੀਸ਼ਾਲੀ ਵੀ ਹੋਣਾ ਹੈ, ਤੂੰ ਰੋਜ਼ੀ ਦੀ ਚਿੰਤਾ ਵੀ ਕਰਨੀ ਹੈ, ਉਪਜੀਵਕਾ ਵੀ ਆਪਣੀ ਕਮਾਣੀ ਹੈ, ਔਰ ਤੂੰ ਹਰ ਵਰਨ ਦੀ, ਹਰ ਵੇਖ ਦੀ ਸੇਵਾ ਵੀ ਕਰਨੀ ਹੈ। ਤੋ ਬਣੇ ਹੋਏ ਪ੍ਰਾਚੀਨ ਸਤਕਾਰ ਦੇ ਮੁਤਾਬਕ ਬ੍ਰਾਹਮਣ ਨੂੰ ਅਕਸਰ ਘਰ ਵਿੱਚ ਨੌਤਾ ਦਿੱਤਾ ਜਾਂਦਾ ਹੈ, ਔਰ ਉਹ ਗਾਹੇ ਬਗਾਹੇ ਸ਼ਰਧਾਲੂਆਂ ਦੇ, ਜਜਮਾਨਾਂ ਦੇ ਘਰ ਜਾ ਕੇ ਧਾਰਮਿਕ ਰਸਮ ਦੀ ਪੂਰਤੀ ਕਰਦਾ ਹੈ। ਵਿਆਹ ਸਮੇਂ, ਗਮੀ ਸਮੇਂ ਜਾਂ ਹੋਰ ਘਰ ਵਿੱਚ ਦੁੱਖ ਸੁੱਖ ਹੈ, ਉਸ ਦੇ ਵਿੱਚ ਬ੍ਰਾਹਮਣ ਨੂੰ ਹੀ ਬੁਲਾ ਕੇ ਉਸ ਦੀ ਪੂਜਾ ਅਰਚਨ ਕਰਕੇ, ਦਾਨ ਦਕਸ਼ਣਾ ਦੇ ਕੇ ਲੋਕੀ ਧਾਰਮਿਕ ਕਿਰਿਆ ਕਰਦੇ ਸਨ ਔਰ ਕਰ ਰਹੇ ਨੇ। ਮਹਾਰਾਜ ਕਹਿੰਦੇ ਨਹਾ ਧੋ ਕੇ ਬ੍ਰਾਹਮਣ ਸੁੱਚਾ ਹੋ ਕੇ, ਪਵਿੱਤਰ ਹੋ ਕੇ ਸੁੱਚੇ ਚੌਕੇ ਵਿੱਚ ਆਣ ਕੇ ਬੈਠਾ ਹੈ। ਪਹਿਲਾ ਸੁੱਚਾ ਆਪ ਹੋਏ, ਸੁੱਚੇ ਬੈਠਾ ਆਏ। ਸੁੱਚੇ ਅੱਗੇ ਰਖਿਅਨ, ਕੋਈ ਨਾ ਭਿਟਿਓ ਜਾਏ। ਸ਼ਰਧਾਲੂਆਂ ਨੇ, ਜਜਮਾਨਾਂ ਨੇ ਉਸ ਸੁੱਚੇ ਬ੍ਰਾਹਮਣ ਦੇ ਅੱਗੋਂ ਬਿਲਕੁਲ ਪਾਕ ਸੁੱਚਾ ਭੋਜਨ ਆਣ ਕੇ ਰੱਖਿਆ, ਜੋ ਅਜੇ ਭਿਟਿਆ ਨਹੀਂ,
ਜਿਸ ਨੂੰ ਅਜੇ ਕਿਸੇ ਨੇ ਛੋਇਆ ਨਹੀਂ, ਜੋ ਸਭ ਤੋਂ ਪਹਿਲੇ ਬ੍ਰਾਹਮਣ ਨੂੰ ਹੀ ਪਰੋਸ ਕੇ ਰੱਖਿਆ ਜਾ ਰਿਹਾ ਹੈ। ਸੁੱਚਾ ਹੋਏ ਕੇ ਜੇਵਿਆ ਲੱਗਾ ਪੜਨ ਸਲੋਕ। ਸੁੱਚਾ ਹੋ ਕੇ ਭੋਜਨ ਛਕਣ ਲੱਗਾ ਹੈ ਤੇ ਛਕਣ ਤੋਂ ਪਹਿਲੇ ਕੁਝ ਸਲੋਕ ਪੜਨ ਲੱਗਾ ਹੈ, ਜੋ ਬ੍ਰਾਹਮਣਾਂ ਦੀ ਧਾਰਮਿਕ ਰਸਮ ਹੈ। ਭੋਜਨ ਛਕਣ ਤੋਂ ਪਹਿਲੇ ਕੁਝ ਮੰਤਰ ਪੜਨੇ ਔਰ ਭੋਜਨ ਛਕਣ ਤੋਂ ਬਾਅਦ ਕੁਝ ਮੰਤਰ ਪੜਨੇ। ਇਸ ਤਰੀਕੇ ਨਾਲ ਇਹ ਭੋਜਨ ਛਕਾਉਣ ਦੀ ਕਿਰਿਆ ਸੰਪੰਨ ਹੋਈ। ਪਰ ਮਹਾਰਾਜ ਕਹਿੰਦੇ ਨੇ ਭੋਜਨ ਸੁੱਚਾ, ਚੌਕਾ ਵੀ ਸੁੱਚਾ, ਬਸਤਰ ਵੀ ਸੁੱਚੇ, ਸੁੱਚੇ ਢੰਗ ਨਾਲ ਬਣਾਇਆ ਗਿਆ ਔਰ ਸੁੱਚੇ ਅੱਗੇ ਰੱਖਿਆ ਗਿਆ। ਪਰ ਖਾ ਕੇ ਜਿੱਥੇ ਪਾਇਆ ਗਿਆ, ਜਿਸ ਪੇਟ ਦੇ ਸੁੱਟਿਆ ਗਿਆ, ਮਹਾਰਾਜ ਕਹਿੰਦੇ ਨੇ ਕੁਹੱਥੀ ਜਾਏ ਸਟਿਆ ਕਿਸ ਇਹ ਲੱਗਾ ਦੁੱਖ। ਪੇਟ ਦੇ ਚ ਇਹ ਭੋਜਨ ਸੁੱਟ ਦਿੱਤਾ ਗਿਆ। ਇਹ ਦੋਖ ਕਿਸ ਨੂੰ ਲੱਗਿਆ? ਕਿਉਂਕਿ ਪੇਟ ਕੁਹੱਥੀ ਜਾਏ, ਬੈੜੀ ਥਾਂ, ਗੰਦੀ ਥਾਂ, ਐਸੀ ਥਾਂ ਜਿੱਥੇ ਅੰਨ ਨੇ ਵੀ ਮੈਲੇ ਹੋ ਜਾਣਾ ਹੈ, ਪਾਣੀ ਨੇ ਵੀ ਮੈਲੇ ਹੋ ਜਾਣਾ ਹੈ, ਲੂਣ ਨੇ ਵੀ ਮੈਲੇ ਹੋ ਜਾਣਾ ਹੈ, ਮਿੱਠੇ ਨੇ ਵੀ ਮੈਲੇ ਹੋ ਜਾਣਾ ਹੈ, ਔਰ ਇਸ ਭੋਜਨ ਦੇ ਵਿੱਚ ਜੋ ਘਿਓ ਪਾਇਆ ਗਿਆ ਹੈ ਉਸ ਨੇ ਵੀ ਮੈਲੇ ਹੋ ਜਾਣਾ ਹੈ। ਸਾਹਿਬ ਕਹਿੰਦੇ ਨੇ ਕਿ ਵਾਸਤਵਿਕ ਇਹ ਸਾਰੇ ਦੇਵਤੇ ਹੀ ਸਨ। ਅੰਨ ਦੇਵਤਾ, ਪਾਣੀ ਦੇਵਤਾ, ਬੈਸੰਤਰ ਦੇਵਤਾ, ਲੂਣ। ਪੰਜਵਾਂ ਪਾਇਆ ਘ੍ਰਿਤ ਤਾਂ ਹੋਆ ਪਾਕ ਪਵਿੱਤਰ। ਪਾਕ ਭੋਜਨ, ਪਾਕ ਰਸੋਈ, ਪਵਿੱਤਰ ਰਸੋਈ ਬਣ ਗਈ। ਕਿਸ ਤਰ੍ਹਾਂ ਬਣੀ? ਅੰਨ ਦੇਵਤੇ ਨਾਲ, ਪਾਣੀ ਦੇਵਤੇ ਨਾਲ, ਬਸੰਤਰ ਦੇਵਤੇ ਦੇ ਨਾਲ, ਲੂਣ ਤੇ ਪੰਜਵਾਂ ਘਿਓ, ਇਹ ਸਾਰੇ ਮਿਸ਼ਰਨ ਹੋਏ ਤੇ ਬਣ ਗਿਆ ਪਾਵਨ ਭੋਜਨ, ਬਣ ਗਿਆ ਪਵਿੱਤਰ ਭੋਜਨ। ਪਾਪੀ ਸਿਓ ਤਨ ਗੱਡਿਆ ਥੁੱਕਾਂ ਪਈਆਂ ਤਿੱਤ। ਇਸ ਅਪਵਿੱਤਰ ਸਰੀਰ ਦੇ ਅੰਦਰ ਪਾਇਆ ਗਿਆ ਤੋ ਬਣ ਗਿਆ ਬਿਸ਼ਟਾ। ਬਿਸ਼ਟਾ ਨੂੰ ਦੇਖਦੇ ਹੀ ਮੂੰਹ ਦੇ ਚ ਥੁੱਕ ਨਿਕਲਦੀ ਹੈ, ਘਿਰਣਾ ਪੈਦਾ ਹੁੰਦੀ ਹੈ। ਅੰਨ ਘਿਰਣਤ ਹੋ ਗਿਆ, ਪਾਣੀ ਮੈਲਾ ਹੋ ਗਿਆ, ਲੂਣ ਮੈਲਾ ਹੋ ਗਿਆ, ਘਿਓ ਮੈਲਾ ਹੋ ਗਿਆ। ਸਰੀਰ ਤੇ ਇਤਨਾ ਮੈਲਾ ਕਿ ਦੇਵਤਿਆਂ ਤੱਕ ਨੂੰ ਭ੍ਰਸ਼ਟ ਕਰ ਦੇਵੇ। ਤੇ ਇਹ ਬ੍ਰਾਹਮਣ, ਤੂੰ ਸੁੱਚਾ ਕਿਹੜੀ ਗੱਲ ਦਾ, ਤੂੰ ਪਾਵਨ ਕਿਹੜੀ ਗੱਲ ਦਾ? ਮਨੁੱਖੀ ਸਰੀਰ ਹੀ ਐਸਾ ਹੈ, ਇਹ ਤੇ ਹਰ ਇੱਕ ਚੀਜ਼ ਨੂੰ ਭ੍ਰਸ਼ਟ ਕਰ ਦਿੰਦਾ ਹੈ, ਇਹ ਤੇ ਹਰ ਇੱਕ ਚੀਜ਼ ਨੂੰ ਮੈਲਾ ਕਰ ਦਿੰਦਾ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਮਹਾਵਾਕ ਆਪ ਫਰਮਾਨ ਕਰਦੇ ਨੇ, ਕਰਪੂਰ ਪੋਹਪ ਸੁਗੰਧਾ ਪਰਸ ਮਾਨਕ ਦੇਹੰ ਮਲੀਣੰ। ਕਪੂਰ, ਫੁੱਲ ਤੇ ਹੋਰ ਸੁਗੰਧਿਤ ਵਸਤੂਆਂ ਜੇ ਮਨੁੱਖੀ ਤਨ ਨਾਲ ਸਪਰਸ਼ ਕਰਨ ਤਾਂ ਸਭ ਕੁਝ ਮੈਲੀਆਂ ਹੋ ਜਾਂਦੀਆਂ, ਅਪਵਿੱਤਰ ਹੋ ਜਾਂਦੀਆਂ। ਤਨ ਇਤਨਾ ਮੈਲਾ ਹੈ ਕਿ ਤਨ ਨਾਲ ਸੰਬੰਧ ਸਪਰਸ਼ ਕਰਦੇ ਹਾਂ, ਸੰਬੰਧ ਜੋੜਦੇ ਹਾਂ, ਸਭ ਕੁਝ ਮੈਲਾ ਹੁੰਦਾ ਹੈ। ਔਰ ਜੈਸੇ ਜੈਸੇ ਵਿਗਿਆਨ ਵਿਕਸਿਤ ਹੋਇਆ ਹੈ, ਦੇਖਣ ਦੇ ਚ ਆਇਆ ਹੈ ਕਿ ਸਾਗ ਸਬਜ਼ੀਆਂ ਜੋ ਖਾਣ ਪੀਣ ਦੀਆਂ ਚੀਜ਼ਾਂ ਨੇ, ਵਿਕਸਿਤ ਦੇਸ਼ਾਂ ਦੇ ਵਿੱਚ ਦਸਤਾਨੇ ਪਹਿਨ ਕੇ ਹੀ ਵੇਚੀਆਂ ਜਾਂਦੀਆਂ ਨੇ, ਇੱਕ ਦੂਸਰੇ ਨੂੰ ਦਿੱਤੀਆਂ ਜਾਂਦੀਆਂ ਨੇ। ਹੱਥ ਨਹੀਂ ਛੂਹਣੇ, ਕਿਉਂਕਿ ਮਨੁੱਖ ਦੇ ਹੱਥ ਦਾ ਸਪਰਸ਼ ਵੀ ਵਸਤੂਆਂ ਨੂੰ ਘਿਰਣਤ ਕਰ ਸਕਦਾ ਹੈ, ਮੈਲਾ ਕਰ ਸਕਦਾ ਹੈ, ਔਰ ਉਹਨਾਂ ਦੇ ਵਿੱਚ ਕੁਛ ਨਾ ਕੁਛ ਮੈਲ ਭਰ ਸਕਦਾ ਹੈ। ਹੂ ਬਹੂ ਇਹੀ ਵਿਚਾਰ ਅੱਜ ਤੋਂ 500 ਸਾਲ ਪਹਿਲੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਰਹੇ ਨੇ ਕਿ ਅੰਨ ਪਵਿੱਤਰ ਹੈ, ਪਾਣੀ ਪਵਿੱਤਰ ਹੈ, ਔਰ ਅਗਨੀ ਪਵਿੱਤਰ ਹੈ, ਘਿਓ ਪਵਿੱਤਰ ਹੈ, ਲੂਣ ਪਵਿੱਤਰ ਹੈ। ਸਭ ਕੁਝ ਦੇ ਮਿਸ਼ਰਤ ਦੇ ਨਾਲ ਜਦ ਭੋਜਨ ਬਣਿਆ ਤੇ ਭੋਜਨ ਪਾਇਆ ਗਿਆ ਇਸ ਪਾਵਨ ਸਰੀਰ ਦੇ ਵਿੱਚ, तो सब कुछ अपवित्र हो गया। पानी मल बन गया, अन्न मैला हो गया, सब कुछ मैला हो गया। पापी स्यो तन गड्डिया थुक्का पईयां तित।
ਹੁਣ ਉਸ ਅੰਨ ਨੂੰ ਵੇਖ ਕੇ ਥੁੱਕਣਾ ਪੈਂਦਾ ਹੈ, ਘਿਰਣਾ ਪੈਦਾ ਹੁੰਦੀ ਹੈ, ਕਿਉਂਕਿ ਅੰਨ ਬਿਸ਼ਟਾ ਬਣ ਗਿਆ ਹੈ, ਪਾਣੀ ਮਲ ਬਣ ਗਿਆ ਹੈ। ਮਨੁੱਖ ਦਾ ਸਰੀਰ ਐਸਾ ਕਿ ਹਰ ਇੱਕ ਨੂੰ ਮੈਲ ਬਣਾ ਦਿੰਦਾ ਹੈ। ਸਰੀਰ ਦੇ ਵਿੱਚ ਜੋ ਚੀਜ਼ ਗਈ ਮੈਲੀ ਹੋਵੇਗੀ, ਮੈਲ ਬਣੇਗਾ। ਮਹਾਰਾਜ ਕਹਿੰਦੇ ਨੇ ਇਹ ਸਰੀਰ ਐਸਾ ਹੈ ਕਿ ਦੇਵਤਿਆਂ ਤੱਕ ਨੂੰ ਮੈਲਾ ਕਰ ਦਿੰਦਾ ਹੈ, ਤੇ ਬ੍ਰਾਹਮਣ ਤੋਂ ਸੁੱਚਾ ਕਿਹੜੀ ਗੱਲ ਦਾ ਹੋ ਗਿਆ, ਕਿਸ ਤਰ੍ਹਾਂ ਹੋ ਗਿਆ? ਤੂੰ ਕਹਿੰਦਾ ਮੈਂ ਸੁੱਚਾ। ਇੱਥੇ ਹੀ ਆ ਕੇ ਭਗਤ ਕਬੀਰ ਨੇ ਇੱਕ ਬੜੀ ਦਾਰਸ਼ਨਿਕ ਗੱਲ ਕਹਿ ਦਿੱਤੀ ਹੈ। ਉਹ ਕਹਿੰਦੇ ਨੇ ਜੇ ਤੂੰ ਬ੍ਰਾਹਮਣੀ ਜਾਇਆ ਤੋ ਆਨ ਬਾਟ ਕਾਹੇ ਨਹੀਂ ਆਇਆ। ਬ੍ਰਾਹਮਣ ਨੂੰ ਸਮਝਾਉਣ ਪ੍ਰਤੀ ਗੁਰੂ ਨਾਨਕ ਦੇ ਇਤਨੇ ਸ਼ਲੋਕ ਤੇ ਕਬੀਰ ਦਾ ਇਤਨਾ ਜ਼ੋਰ ਕਿਉਂ ਹੈ? ਕਿਉਂਕਿ ਇਹ ਧਰਮ ਦਾ ਪੇਸ਼ਵਾ ਸੀ, ਇਹ ਧਰਮ ਦਾ ਮੁਖੀ ਸੀ। ਤੇ ਮੁਖੀ ਠੀਕ ਹੋ ਜਾਏ, ਆਗੂ ਸਹੀ ਮਾਰਗ ਤੇ ਚਲੇ, ਤੇ ਉਸ ਦੇ ਪਿੱਛੇ ਚੱਲਣ ਵਾਲੇ ਆਪਣੇ ਆਪ ਹੀ ਸਹੀ ਮਾਰਗ ਤੇ ਜੋ ਹੈ ਚੱਲਦੇ ਨੇ। ਗੁਰੂ ਨਾਨਕ ਦਾ ਤੇ ਭਗਤ ਕਬੀਰ ਦਾ ਇਸ ਵਾਸਤੇ ਬ੍ਰਾਹਮਣ ਨੂੰ ਸਮਝਾਉਣ ਤੇ ਬੜਾ ਜ਼ੋਰ ਹੈ, ਮੁੱਲਾ ਨੂੰ ਸਮਝਾਉਣ ਤੇ ਬੜਾ ਜ਼ੋਰ ਹੈ, ਕਿਉਂਕਿ ਦੋਵੇਂ ਧਰਮ ਦੇ ਮੁਖੀ ਸਨ। ਭਗਤ ਕਬੀਰ ਕਹਿੰਦੇ ਨੇ ਤੂੰ ਬ੍ਰਾਹਮਣ, ਮੈਂ ਸ਼ੂਦਰ। ਜਿਸ ਢੰਗ ਨਾਲ ਮੇਰਾ ਜਨਮ ਹੋਇਆ ਹੈ ਉਸੇ ਢੰਗ ਨਾਲ ਤੇਰਾ ਹੋਇਆ ਹੈ। ਜਿਸ द्वार ਤੋਂ ਮੈਂ ਆਇਆ उस द्वार तो तू आया है। अगर तू ब्राह्मण है तो आन बाट का है नहीं आया। तेरा जगत दे आन दा रस्ता कोई होर होना चाहिए, आन बाट होनी चाहिए। बाट ते होई जिथों मैं आया। तो फिर तू किस तरह ब्राह्मण ते मैं किस तरह शूद्र? तुम कत ब्राह्मण हम कत सूद, हम कत लोहू तुम कत दूध। साडा शरीर कोई चीरे लहू निकलता है, ते ए ब्राह्मण तेरा शरीर चीरिए कोई दुध निकलता है। हम कत लोहू तुम कत दूध। जब तेरे शरीर दे च भी लहू निकले और मेरे शरीर दे च भी लहू निकले, ते तू फिर ब्राह्मण कैसा ते फिर मैं शूद्र कैसा? सब कुछ शरीर की बनावट ते कोई तरह दी, फिर तू किस तरह अपने आप को महान मन लिया? तो कबीर कहते ने कहो कबीर जो ब्रह्म विचारे सो ब्राह्मण कहियत है हमारे। हू बहो गुरु नानक देव जी महाराज फरमान पे करते ने ये बाहर दी सुचेम नाल कोई ब्राह्मण नहीं बनता जितने चिर तक अंतिशकरण दी शुद्धि ना होवे, अंतिशकरण दी निर्मलता ना होवे। शरीर ते इतना मैला है कि फुल्लां तक नूं मैला कर देंदा है। अगर फुल्लां दा हार मनुख दे गल दे च पा दिता गया है, फुल मैले हो गए ने। चंदन कपूर मनुखी तन नाल स्पर्श हो गया है तो मैले हो गए ने। भगत कबीर दे कुछ होर भी वाक ने। आप कहंदे ने चलत कत टेढ़े टेढ़े अस्त चरम बिस्टा के मूंदे दुर्गंध ही के बेटे। पता है तू की है? हड्डियां, मिंज, मांस, फिर उस दे उत्ते लिपटिया होया चमड़ा। ये चमड़ी परमात्मा ने किसी नूं गोरी दे दी, किसी नूं काली दे दी, किसी नूं जरद माइल दे दी, किसी नूं लाल दे दी, किसी नूं सांवरी दे दी। जिस तरह मनुख वख-वख रंगां दे कपड़े पहनदा है, परमात्मा ने वख-वख रंग दी एक खलड़ी दे दी। ये कपड़े ही ने, पर कपड़ियां दे विच की है? कपड़ियां दे विच सारियां दे इक्को ही चीज है। भगत कबीर कहते ने बिस्टा अस्त रकत परेटे चाम वो इस ऊपर ले राख्यो गुमान। इस चमड़े दे थल्ले मांस है, मिंज है, अस्त हड्डियां ने और बिस्टा दुर्गंधी इत्यादक है। ते फिर मान केड़ी गल दा? बिस्टा दा, मांस दा, मिंज दा, खून दा, हड्डियां दा। आखिर किस चीज दा मान? केड़ी गल के तू ब्राह्मण तू अपने आप को सुच्चा मने, दूसरे ने शूद्र ते भ्रष्ट। जद के काया इक्को जैसी है। पंडित गुलाब सिंह जी महाराज ने प्रबोध चंद्र नाटक दे एक बड़ा सुंदर छंद लिखे। आप दी कलम दैवी सुंदरता दे गुण लिखदियां लिखदियां
थिड़क गई कलम। और मादक सुंदरता जो शरीरक सुंदरता है इस ते आन के टिके। इहदी खूबियां बयान करन लग पई ये कलम। शरीर दी सुंदरता दा लेखा जोखा करन लग पई ये कलम। पर सामने एक सुंदर शरीर बैठा सी। नक चो मैल निकली और हथ फेर दिता नक ते। सारी मैल मुंह ते पै गई। सारा मुंह उस गंदगी दे नाल लिबड़ गया। पंडित गुलाब सिंह जी दी कलम ने मोड़ा खादा। हुणे कलम कुछ होर लिख रही सी, हुण कुछ होर लिख रही है। ਉਹਦੇ ਚੋਂ ਜਿਹੜੇ ਬੋਲ ਨਿਕਲੇ ਉਹ ਇਹ ਨੇ, हे मलमूत कसूत सबो पुन और सलेखन भांजन भारी, नाक की मैल जब है निकसे और नाहे संभार सो पोच उतारी। उस मैल नूं संभाल के नहीं कढ़िया, नहीं उतारिया, हथ फेर दिता है ते हथ दे फेरदियां मुंह सारा मैला हो गया। तो मुख चंद कहे जह को तब नाहे निहार सके वह नारी। पिख रंचक मैल गिलान करे सठ जानत नाहे अह किछ सारी। रंचक मात्र मैल नू वेख के इतनी गिलानी, इतनी घृणा, इतनी नफरत। ते पंडित गुलाब सिंह जी महाराज कहते ने सठ जानत नाहे अह किछ सारी। मूर्ख जानदा ही नहीं काया ते सारी यही कुछ है। काया दा मान और काया दी पवित्रता दा दावा जो भी करते ने, साहिब श्री गुरु नानक देव जी महाराज दा फरमान, काया ते इतनी अपवित्र है कि 36 प्रकार दा भोजन जो देवी देवतियां दे संजोग नाल बनदा है, क्योंकि अन्न पानी सब देवता ही ने, ये देवते तक भ्रष्ट हो जाते हैं, मैले हो जाते हैं। तो फिर काया किस तरह पवित्र? चूंकि काया दे सुचेम दे उत्ते ब्राह्मण दा इतना जोर सी कि उसने मुसलमान नू मलेच कह दिता। मैल खाण वाला, मैला रहन वाला, मैं साफ हाँ, मैं सुतरा हाँ। सारी शक्ति ते सारा समा शरीर दी सुचेम ते ला दिता। भुल गए आत्म शुद्धि तो बिना शरीर शुद्धि की मैंने रखती है। गुरु नानक देव जी महाराज ने आत्म शुद्धि ते जोर दिता है और आप कहते ने जिसकी आत्म शुद्धि हो जाए ओदी शरीर शुद्धि अपने आप हो जाती है। आरंभ करो आत्म शुद्धि, और आत्म शुद्धि होंदी है परमात्मा दे चिंतन नाल, परमात्मा दे विचार दे नाल। इस तो बिना ना कोई सुच्चा है ना हो सकता है। साच बिना कह सूचा होई, सच तो बिना कोई सुच्चा हो नहीं सकता, कोई पवित्र हो नहीं सकता। और जब सच हिरदे दे आण वसदा है तो गुरु नानक देव जी महाराज दा फरमान, काया दा रूप रंग भी बदलता है। यह भी अपने सुभाव नू बदलदी है। धर्म दी साधना दा मतलब है मन दे सुभाव नू बदलना, ते मन दे सुभाव दे बदलदियां तन दा सुभाव भी बदलता है। साहिब गुरु नानक देव जी महाराज दा वाक, कुंगू की काया, काया ते केसर वर्गी हो गई। केसर लाण दी लोड़ ही नहीं, तन ते चंदन लाण दी लोड़ ही नहीं, काया ही केसर वर्गी हो गई। ये जो मनुख दे प्राणा दे प्यास है कि काया कंचन वर्गी होवे, काया केसर वर्गी होवे, दरअसल ये प्रेरणा, ये ख्याल भी उत्थों ही पैदा होया जिन्हां दी वाकई काया केसर वर्गी हो गई सी, काया कंचन वर्गी हो गई सी। लेकिन काया केसर वर्गी केसर मल के नहीं होंदी, काया कंचन वर्गी कंचन पहन के नहीं होंदी। काया कंचन वर्गी उदों होंदी है, काया केसर वर्गी उदों होंदी है जद हिरदे विच परमात्मा दा नाम आके वसदा है। तो साहिब कहंदे कुंगू की काया रत्ना की ललता।
ਜ਼ਬਾਨ ਮਾਨੋ ਰਤਨਾ ਨਾਲ ਜੜਤ ਹੈ, ਇੱਕ ਇੱਕ ਬੋਲ, ਇੱਕ ਇੱਕ ਬਚਨ, ਜਿਹਦੇ ਉੱਤੇ ਕਰੋੜਾਂ ਰਤਨ ਨਿਛਾਵਰ ਕੀਤੇ ਜਾ ਸਕਦੇ ਨੇ, ਕੁਰਬਾਨ ਕੀਤੇ ਜਾ ਸਕਦੇ ਨੇ। ਅਗਰ ਵਾਸ ਤਨ ਸਾਸ, ਸਵਾਸਾਂ ਦੇ ਚੰਦਨ ਦੀ ਮਹਿਕ। ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇਹ ਦਾਅਵਾ ਹੈ ਕਿ ਜਿਸ ਦਿਨ ਹਿਰਦੇ ਵਿੱਚ ਪ੍ਰਮਾਤਮਾ ਆਣ ਕੇ ਬੈਠਦਾ ਹੈ, ਸਰੀਰ ਦੀ ਦੁਰਗੰਧੀ ਔਰ ਸਵਾਸਾਂ ਵਿੱਚ ਬਦਬੂ ਇਹ ਮਿਟ ਜਾਂਦੀ ਹੈ। ਸ਼ਾਇਦ ਭਗਤਾਂ ਦਾ ਇਹ ਰੰਗ ਰੂਪ ਵੇਖ ਕੇ ਨਕਲ ਕੀਤੀ ਗਈ, ਚਲੋ ਅੰਦਰੋਂ ਮਹਿਕ ਨਹੀਂ ਪ੍ਰਗਟ ਹੁੰਦੀ ਤਾਂ ਬਾਹਰੋਂ ਸੈਂਟ ਲਾਓ, ਇਤਰ ਲਾਓ, ਬਾਹਰੋਂ ਖੁਸ਼ਬੂਆਂ ਲਾਓ। ਮਨੁੱਖ ਚਾਹੁੰਦਾ ਹੈ ਮੇਰੇ ਤਨ ਦੇ ਚੋਂ ਖੁਸ਼ਬੂ ਨਿਕਲੇ। ਦਰਅਸਲ ਇਹ ਖਿਆਲ ਵੀ ਭਗਤਾਂ ਤੋਂ ਮਿਲਿਆ, ਕਿਉਂਕਿ ਭਗਤਾਂ ਦੇ ਤਨ ਦੇ ਚੋਂ ਖੁਸ਼ਬੂ ਨਿਕਲਦੀ ਗਈ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ, ਅਗਰ ਵਾਸ ਤਨ ਸਵਾਸ, ਸਵਾਸਾਂ ਵਿੱਚ ਚੰਦਨ ਦੀ ਮਹਿਕ, ਚੰਦਨ ਦੀ ਖੁਸ਼ਬੂ। ਜ਼ਬਾਨ ਰਤਨਾ ਨਾਲ ਜੜਤ ਔਰ ਕਾਇਆ ਕੰਚਨ ਵਰਗੀ, ਕੇਸਰ ਵਰਗੀ। 68 ਤੀਰਥ ਕਾ ਮੁਖ ਟਿੱਕਾ, ਤਿਤ ਘਟ ਮਤ ਵਿਗਾਸ। ਐਸੇ ਮਹਾਪੁਰਸ਼ ਦੇ ਦਰਸ਼ਨ ਮਾਨੋ 68 ਤੀਰਥਾਂ ਦਾ ਇਸ਼ਨਾਨ ਹੈ। ਜਨ ਕੇ ਚਰਨ ਤੀਰਥ ਕੋਟ ਗੰਗਾ। ਇਸ ਤਰ੍ਹਾਂ ਦੇ ਮਹਾਪੁਰਸ਼ ਦੀ ਕਦਮ ਬੋਸੀ ਮਾਨੋ ਕਰੋੜਾਂ ਗੰਗਾ ਦਾ ਇਸ਼ਨਾਨ ਹੈ। ਥੋੜਾ ਹੀ ਅਰਸਾ ਹੋਇਆ, ਪਿਸ਼ਾਵਰ ਵਿੱਚ ਇਸ ਤਰ੍ਹਾਂ ਦੇ ਇੱਕ ਮਹਾਪੁਰਸ਼ ਹੋਏ, ਬਾਬਾ ਕਾਹਨ ਸਿੰਘ। ਚਸ਼ਮਦੀਦ ਗਵਾਹ ਜੋ ਮੌਜੂਦ ਹਨ ਉਹ ਕਹਿ ਰਹੇ ਨੇ ਕਿ ਉਹਨਾਂ ਦੇ ਮਲ ਮੂਤਰ ਦੇ ਵਿੱਚ ਵੀ ਦੁਰਗੰਧੀ ਨਹੀਂ ਸੀ, ਔਰ ਅਕਸਰ ਜਿੱਥੇ ਬੈਠੇ ਹੁੰਦੇ ਸਨ, ਇਤਨੀ ਮਸਤਾਨੀ ਬਿਰਤੀ ਹੋ ਗਈ, ਉੱਥੇ ਹੀ ਮਲ ਮੂਤਰ ਕਰਦੇ ਨੇ। ਭੇਦ ਮਿਟ ਗਿਆ, ਸਭ ਕੁਝ ਬ੍ਰਹਮ ਹੋ ਗਿਆ। ਔਰ ਜਦ ਦ੍ਰਿਸ਼ਟੀ ਦੇ ਵਿੱਚ ਤੇ ਮਨ ਦੇ ਵਿੱਚ ਸਭ ਕੁਝ ਬ੍ਰਹਮ ਹੀ ਹੈ ऐसा दिखाई देवे, ऐसी सोच चले, तो फिर कुछ भी मैला नहीं। और चश्मदीद ऐसा कह रहे ने कि मल मूत्र दे च भी दुर्गंध नहीं। वेख के हैरानगी हुई गुरु नानक देव जी महाराज दा ए वाक कि अगर वास तन स्वास, ऐसे महापुरुष दी काया दे च दुर्गंध नहीं रहेगी। वाकई एक भगत जद अपने मन दे च परमात्मा नूं थां देंदा है तो परमात्मा दा असर तन ते भी पैंदा है, वो तन दी रूप रेखा भी बदल के रख देंदा है। तो साहिब श्री गुरु नानक देव जी महाराज फरमान करते ने, सुच्चा हो सकता है मनुख, काया पवित्र हो सकती है, बशर्ते वो सच हिरदे दे च आण के वसे। ते जद सच हिरदे दे च आण के वसदा है तो इसका असर काया ते पैंदा है, इसका असर शरीर ते पैंदा है। और इस तो इलावा कोई ये आखे कि मैं इशनान करके पवित्र हो जावांगा, इशनान शरीर की एक लोड़ हो सकती है, जैसे कि अन्न पानी शरीर की एक लोड़ है, इशनान भी शरीर की एक लोड़ है। तो जैसे कोई अन्न पानी खा के आखे मैं पवित्र हो गया, ऐसा कहना गलत है। और कोई इशनान करके आखे मैं पावन हो गया, ये कहना भी गलत है। गुरु नानक देव जी महाराज दा फरमान, साध भले अण नात्या, चोर से चोरा चोर। साधु बिना इशनान दे भी पावन है, या इंज कह लो साधु अठे पैर नहाया हुआ है, वो अठे पैर पवित्र है, वो अठे पैर ताजा है, वो कदी मैला होंदा ही नहीं। उस तल ते जी रहा है जिथे मैल पहुंचती नहीं, दुर्गंधी पहुंचती नहीं, अपवित्रता पहुंचती नहीं। लेकिन इसका यह मतलब नहीं कि साधु इशनान नहीं करता। जब साधु अन्न खांदा है, साधु पानी पींदा है, तो शरीर की लोड़ मात्र साधु इशनान भी करता है। इशनान शरीर की एक लोड़ है, खाना पीना शरीर की एक लोड़ है। तो इशनान करने तो बाद अगर कोई दावा करे कि मैं पावन हो गया, मैं पवित्र हो गया, फलानी थां ते इशनान करके आया, तो यह कहना गलत होगा, ये धर्म दे अनुकूल नहीं होगा। तो साहिब श्री गुरु नानक देव जी महाराज दा फरमान, पापी सो तन गड्डिया, थुक्का पईया तित इस अपवित्र तन विच
देवतियां दे मिश्रण दे नाल जो 36 प्रकार दा भोजन पावन बनिया अपवित्र हो गया। देख के घृणा पैदा होंदी है। जित मुख नाम न उचरे बिन नामे रस खाए। जिस रसना दे च परमात्मा दा नाम नहीं ते बिना नाम रस तो अन रस मान रही है। बिना भजन दे रस तो रसना भोजन दा रस मान रही है। उस बारे सतगुरु कहते ने कि बिन नामे रस खाए नानक एवें जानिए तित मुख थुखा पाए। वो जो बेष्टा है उसते घृणा करके थुक नहीं सुटनी चाहिए। ओ मुंह जो भोजन दे रस तो बिना भजन दे रस तो बिना भोजन दा रस मानदा है। परमात्मा दे रस तो बिना अन्न दा रस मानदा है। ओ मुंह इतना गंदा है, ओ रसना इतनी गंदी है, उन्हों वेख के घृणा पैदा होंदी है। वास्तविक थुक्कां ते ऐसे मुखड़े ते पैणियां चाहिदियां ने जिस मुख दे च परमात्मा दा नाम नहीं है। जित मुख नाम ना उचरे बिन नामे रस खाए नानक एवें जानिए तित मुख थुक्का पाए। बाबा फरीद कहते तिन्ना मुख डरावणे। बड़े भयानक ने ओ लोग जिन्हां विसारियो नाम इत्थे दुख घनेरिया अगे ठौर न ठाओ। बाबा फरीद कहते बहुत डरावने ने ओ मुखड़े जिन्हां मुखड़ियां दे विच परमात्मा दा नाम नहीं। ते जे रसना दे विच परमात्मा दा नाम नहीं तो रसना दे विच कौड़े बोल होणगे, फिक्के बोल होणगे, रसना दे विच झूठ होवेगा, मिथ्या वाक होवेगा। तो इस तरह मिथ्या बोलण वाले, क्रोधत बोलण वाले, कौड़े बोलण वाले बाबा फरीद कहते ने इन्हां तो डर लगदा है। ये ते अगले दा सीना चीर के रख देंदे ने। महाराष्ट्र दे प्रसिद्ध संत भगत नामदेव जी महाराज दा फरमान, हे परिपूर्ण परमात्मा ओ बंदे मेरे मथे बिल्कुल ना लाई। जो न भजनते नारायणा तिनका मैं ना करूं दर्शना। मैं दर्शन नहीं करना चाहता, मैं वेखना नहीं चाहता जिन्हां दे मुखड़े दे च तेरा भजन नहीं। शिक्षा दी सब ते कहंदे ने मैं भुल जावां उन्हां बंदियां नूं ऐ खुदा जिहड़े तैनूं भुल गए ने। शक्ति दे, मैनूं तौफीक दे कि मैं भुल जावां हर उस बंदे नूं जिहड़े बंदे तैनूं भुल गए ने। क्यों कि उन्हां दा संबंध, उन्हां दा संजोग लाभकारी नहीं होवेगा, हानिकारक होवेगा, तबाही दा बायस बनेगा, बर्बादी दा बायस बनेगा। तो साहिब श्री गुरु नानक देव जी महाराज दा फरमान, शरीरक सुअपण ते शरीरक पवित्रता परमात्मा दे नाम नाल है। ते जद ये पवित्रता हिरदे दे च आण के वसदी है, मुखड़ा उज्जल हो जाता है, काया केसर वर्गी हो जाती है, काया पावन हो जाती है। ऐ ब्राह्मण तू तां ही सुच्चा हो सकदा है कि ब्रह्म दा वासा तेरे हिरदे च होवे, पानी दा वासा तेरे तन ते है। इस नाल तू पवित्र नहीं हो सकदा, इस नाल तू पावन नहीं हो सकदा।